ਭੈਣ ਜੀ ਆਹ ਕਿਤਾਬ ਜਿਹੜੀ ਤੁਸੀਂ ਪੰਥ ਦੀ ਝੋਲੀ ਪਾਈ ਹੈ, ਮੇਰੀ ਮੁਰਾਦ ਮਰਜੀਵੜਾ ਜਸਵੰਤ ਸਿੰਘ ਖਾਲੜਾ, ਤੁਸੀਂ ਇਸ ਗੱਲ ਦੇ ਲਈ ਜਾਣੇ ਪਹਿਚਾਨੇ ਚਿਹਰੇ ਹੋ ਕਿ ਤੁਸੀਂ ਬੱਚਿਆਂ ਦੇ ਲਈ ਕੰਮ ਕਰਦੇ ਹੋ, ਬੱਚਿਆਂ ਲਈ ਲਿਖਦੇ ਹੋ। ਐਸਾ ਕਿ ਤੁਸੀਂ ਆਪਣਾ ਟਰੈਕ ਕਿਵੇਂ ਚੇਂਜ ਕੀਤਾ ਵੀ ਤੁਸੀਂ ਇੱਕ ਬਹੁਤ ਗੰਭੀਰ ਮੁੱਦੇ ਤੇ ਲਿਖਿਆ? ਹਾਂ, 84 ਨੂੰ ਵਾਪਰਿਆ 36 ਸਾਲ ਹੋ ਗਏ ਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਨੂੰ 25 ਸਾਲ। ਪਰ ਅੱਜ ਤੱਕ ਅਸੀਂ ਆਪਣੇ ਯੂਥ ਨੂੰ, ਆਪਣੇ ਨੌਜਵਾਨਾਂ ਨੂੰ, ਆਪਣੇ ਬੱਚਿਆਂ ਨੂੰ ਸੁਚੱਜੇ ਤਰੀਕੇ ਦੇ ਨਾਲ ਦੱਸ ਨਹੀਂ ਪਾਏ ਇਹ ਕਹਾਣੀਆਂ, ਇਹ ਕਿ ਸਾਡੇ ਨਾਲ ਕੀ ਵਾਪਰਿਆ। ਜੈਨੋਸਾਈਡ ਦੇ ਬਾਅਦ ਮੈਮਰੀਸਾਈਡ, ਜਿਹਨੂੰ ਯਾਦਕੁਸ਼ੀ ਕਵਾਂਗੇ, ਕਿ ਉਹ ਸਾਡੀ ਯਾਦ ਤੋਂ, ਸਾਡੇ ਚੇਤੇ ਤੋਂ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਸਾਨੂੰ 84 ਸਾਡੇ ਨਾਲ ਜੋ ਹੋਇਆ, ਜੋ ਵਾਪਰਿਆ, ਉਹ ਸਾਨੂੰ ਭੁੱਲ ਜਾਏ ਤੇ ਅਸੀਂ ਅੱਗੇ ਆਪਣੀਆਂ ਨਵੀਆਂ ਪਨੀਰੀਆਂ ਨੂੰ ਇਸ ਯਾਦ ਦੇ ਨਾਲ ਨਾ ਜੋੜ ਕੇ ਅਸੀਂ ਆਪਣੇ ਪਤਨ ਵੱਲ ਵੱਧ ਰਹੇ ਹਾਂ। ਅੰਗਰੇਜ਼ੀ ਦੀ ਕਹਾਵਤ ਹੈ ਕਿ you don't know where you're going until you know where you're coming from। ਮਤਲਬ ਕਿ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਕਿੱਥੇ ਜਾ ਸਕਦੇ ਹੋ ਜੇ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਕਿੱਥੋਂ ਆਏ ਹੋ। ਸੋ ਅਸੀਂ ਆਸ ਕਰਦੇ ਹਾਂ ਕਿ ਸਾਡੇ ਬੱਚੇ 21ਵੀਂ ਸਦੀ ਦੇ ਵਿੱਚ ਪੰਜਾਬ ਨੂੰ ਸਵਾਰਨ, ਪਰ ਉਹਨਾਂ ਨੂੰ 20ਵੀਂ ਸਦੀ ਦਾ ਇਤਿਹਾਸ ਹੀ ਨਹੀਂ ਪਤਾ ਹੋਵੇ ਤੇ ਉਹ 21ਵੀਂ ਸਦੀ ਵਿੱਚ ਦਿਸ਼ਾਹੀਨ ਹੀ ਹੋ ਕੇ ਰਹਿ ਜਾਣਗੇ। ਅਫਰੀਕੀ ਅਖੌਤ ਲਿਖੀ ਹੈਗੀ ਹੈ ਜੀ, ਜਿੰਨਾ ਚਿਰ ਸ਼ੇਰ ਆਪ ਲਿਖਣਾ ਨਹੀਂ ਸਿੱਖਦਾ, ਹਰ ਕਹਾਣੀ ਸ਼ੇਰ ਸ਼ਿਕਾਰੀ ਦੇ ਸੋਲੇ ਗਾਵੇਗੀ। ਇਹ ਕਿਸ ਸੰਦਰਭ ਦੇ ਵਿੱਚ ਲਿਖੀ ਹੈ? ਇਹਦਾ ਮਤਲਬ ਕੀ ਸੀ ਇੱਥੇ ਲਿਖਣ ਦਾ ਜੀ? ਕਿਉਂਕਿ ਆਪਾਂ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦੇ ਹਾਂ, ਸ਼ਹੀਦ ਜਸਵੰਤ ਸਿੰਘ ਖਾਲੜਾ ਤੋਂ ਆਪਾਂ ਇੰਨਾ ਹੀ ਕੁ ਜਾਣਦੇ ਹਾਂ ਕਿ ਉਹ ਜਿਹੜੀਆਂ ਅਣਪਛਾਤੀਆਂ ਲਾਸ਼ਾਂ ਸੀਗੀਆਂ, ਜਿਨ੍ਹਾਂ ਨੂੰ ਲਾਵਾਰਿਸ ਕਹਿ ਕੇ ਸਾੜਿਆ ਸੀਗਾ, ਉਹ ਉਹਨਾਂ ਦੇ ਹੱਕ ਵਿੱਚ ਖੜੇ ਹੋਏ, ਉਹਨਾਂ ਨੂੰ ਆਈਡੈਂਟੀਫਾਈ ਕੀਤਾ ਔਰ ਉਹਨਾਂ ਨੂੰ ਉਹ ਦਸਤਾਵੇਜ਼ਾਂ ਨੂੰ ਦੁਨੀਆ ਤੱਕ ਨਸ਼ਰ ਕੀਤਾ। ਪਰ ਆਪਾਂ ਇਹ ਨਹੀਂ ਜਾਣਦੇ ਹਾਂ ਕਿ ਉਹ ਸ਼ਖਸੀਅਤ ਉਹਨਾਂ ਦੇ ਬਚਪਨ ਤੋਂ ਲੈ ਕੇ ਉਹਨਾਂ ਦੇ ਸ਼ਹੀਦੀ ਦੇ ਅੰਜਾਮ ਤੱਕ ਪਹੁੰਚਾਉਣ ਵਾਲੀ ਜਿਹੜੀ ਪਿੱਠ ਭੂਮੀ ਸੀਗੀ, ਉਹ ਕੀ ਸੀਗੀ, ਉਹਨਾਂ ਦੀ ਸ਼ਖਸੀਅਤ ਕਿਵੇਂ ਘੜੀ ਗਈ ਤੇ ਉਹਦੇ ਪਿੱਛੇ ਜਿਹੜਾ ਇਤਿਹਾਸ ਹੈ, ਜਿਹੜਾ ਪਿਛੋਕੜ ਹੈ, ਉਹਨਾਂ ਨੂੰ ਕਿਸ ਚੀਜ਼ ਨੇ ਪ੍ਰੇਰਣਾ ਦਿੱਤੀ। ਕਈ ਵਾਰੀ ਕਿਉਂਕਿ ਜਦੋਂ ਕੋਈ ਸਟੋਰੀ ਬਣਦੀ ਹੈ, ਮੂਵੀ ਬਣਦੀ ਹੈ ਜਾਂ ਕਿਤਾਬ ਲਿਖੀ ਜਾਂਦੀ ਹੈ, ਪਰਿਵਾਰ ਵੱਲੋਂ ਇਸ ਦਾ ਸਮਰਥਨ ਨਹੀਂ ਕੀਤਾ ਜਾਂਦਾ ਕਿ ਸਾਨੂੰ ਪੁੱਛਿਆ ਨਹੀਂ ਗਿਆ। ਆਮ ਕਰਕੇ ਲਿਖਿਆ ਵੀ ਐਸਾ ਜਾਂਦਾ ਵੀ ਇੱਕ ਰੂਮ ਦੇ ਵਿੱਚ ਬਹਿ ਕੇ ਟੇਬਲ ਚੇਅਰ ਯੂਜ਼ ਕਰਕੇ ਆਪਣੇ ਤਰੀਕੇ ਦੇ ਨਾਲ ਲਿਖਿਆ ਜਾਂਦਾ। ਕੀ ਤੁਸੀਂ ਪਰਿਵਾਰ ਦੇ ਨਾਲ ਸੰਪਰਕ ਕੀਤਾ ਸੀ? ਇਹ ਉਹ ਕਿਤਾਬ ਨਹੀਂ ਹੈ ਕਿ ਇੱਕ ਵਾਰੀ ਪੜ੍ਹ ਕੇ ਤੁਸੀਂ ਪਰੇ ਕਰ ਦਿੱਤੀ। ਮੈਂ ਚਾਹੁੰਦੀ ਸੀ ਕਿ ਇਹ ਕਿਤਾਬ ਇਸ ਤਰ੍ਹਾਂ ਦੀ ਉਹਨਾਂ ਦੇ ਹੱਥਾਂ ਵਿੱਚ ਦਿੱਤੀ ਜਾਏ ਜੋ ਉਹ ਬਾਰ-ਬਾਰ ਉਹਦੇ ਵੱਲ ਖਿੱਚ ਕੇ ਆਉਣ ਤੇ ਉਹਦੇ ਵਿੱਚ ਬਹੁਤ ਕੁਝ ਸਿੱਖਣ ਤੇ ਪ੍ਰੇਰਣਾ ਲੈ ਸਕਣ। ਜਿਵੇਂ ਅੱਜ ਦਾ ਇਸ ਵੇਲੇ ਪੰਜਾਬ ਦਾ ਮਾਹੌਲ ਹੈ, ਜਿਵੇਂ ਕਿਸਾਨੀ ਅੰਦੋਲਨ ਚੱਲਦਾ ਪਿਆ, ਵੀ ਜੇ ਅੱਜ ਭਾਈ ਜਸਵੰਤ ਸਿੰਘ ਖਾਲੜਾ ਹੁੰਦੇ, ਤੁਹਾਨੂੰ ਕੀ ਲੱਗਦਾ ਵੀ ਉਹਨਾਂ ਦੀ ਕੀ ਭੂਮਿਕਾ ਹੋਣੀ ਸੀ ਇਸ ਅੰਦੋਲਨ ਦੇ ਵਿੱਚ? ਪੰਜਾਬੀ ਲੋਕ ਚੈਨਲ ਲਈ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ। ਅਸੀਂ ਸਮੇਂ-ਸਮੇਂ ਤੋਂ ਅਲੱਗ-ਅਲੱਗ ਸ਼ਖਸੀਅਤਾਂ ਜਿਨ੍ਹਾਂ ਨੇ ਪੰਜਾਬੀਅਤ ਵਾਸਤੇ ਮੱਲਾਂ ਮਾਰੀਆਂ ਹੋਣ, ਉਹਨਾਂ ਦੇ ਨਾਲ ਅਸੀਂ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ। ਅੱਜ ਇੱਕ ਐਸੀ ਸ਼ਖਸੀਅਤ ਜੋ ਕਿ ਲਿਖਦੇ ਕਾਫੀ ਮਸ਼ਹੂਰ ਨੇ, ਬੱਚਿਆਂ ਦੇ ਲਈ ਲਿਖਦੇ ਆ, ਪਰ ਉਹਨਾਂ ਨੇ ਹੁਣ ਇੱਕ ਬਹੁਤ ਗੰਭੀਰ ਮੁੱਦੇ ਤੇ ਲਿਖਿਆ। ਮਾਰਕੀਟ ਦੇ ਵਿੱਚ ਉਹਨਾਂ ਦੀਆਂ 9 ਕਿਤਾਬਾਂ ਛਪ ਚੁੱਕੀਆਂ ਨੇ, ਜੋ ਕਿ ਕਮਾਲ ਹੈ ਕਿ 2 ਭਾਸ਼ੀਆਂ ਨੇ। ਹਮੇਸ਼ਾ ਉਹ ਪੰਜਾਬੀ ਦੇ ਨਾਲ ਇੰਗਲਿਸ਼ ਦੇ ਵਿੱਚ ਟਰਾਂਸਲੇਟ ਵੀ ਉਹ ਕਿਤਾਬਾਂ ਨੂੰ ਛਾਪਦੇ ਨੇ। ਮੇਰੀ ਮੁਰਾਦ ਹੈ ਭੈਣ ਗੁਰਮੀਤ ਕੌਰ ਜੀ, ਅਟਲਾਂਟਾ ਕਰਕੇ ਜਾਣੇ ਜਾਂਦੇ ਆ। ਆਪਾਂ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਭੈਣ ਜੀ, ਪੰਜਾਬੀ ਲੋਕ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਮਿਹਰਬਾਨੀ ਮੈਨੂੰ ਸੱਦਣ ਦੀ। ਭੈਣ ਜੀ, ਆਹ ਕਿਤਾਬ ਜਿਹੜੀ ਤੁਸੀਂ ਪੰਥ ਦੀ ਝੋਲੀ ਪਾਈ ਹੈ, ਮੇਰੀ ਮੁਰਾਦ ਮਰਜੀਵੜਾ ਜਸਵੰਤ ਸਿੰਘ ਖਾਲੜਾ, ਤੁਸੀਂ ਇਸ ਗੱਲ ਦੇ ਲਈ ਜਾਣੇ ਪਹਿਚਾਨੇ ਚਿਹਰੇ ਹੋ ਕਿ ਤੁਸੀਂ ਬੱਚਿਆਂ ਦੇ ਲਈ ਕੰਮ ਕਰਦੇ ਹੋ, ਬੱਚਿਆਂ ਲਈ ਲਿਖਦੇ ਹੋ। ਐਸਾ ਕਿ ਤੁਸੀਂ ਆਪਣਾ ਟਰੈਕ ਕਿਵੇਂ ਚੇਂਜ ਕੀਤਾ ਵੀ ਤੁਸੀਂ ਇੱਕ ਬਹੁਤ ਗੰਭੀਰ ਮੁੱਦੇ ਤੇ ਲਿਖਿਆ? ਇਹਦਾ ਕੀ ਕਾਰਨ ਹੈ ਜੀ? ਮੈਂ ਲਿਖਿਆ ਗੰਭੀਰ ਮੁੱਦੇ ਤੇ ਵੀਰ ਜੀ, ਪਰ ਇਹ ਲਿਖਿਆ ਫਿਰ ਵੀ ਆਪਣੇ ਨੌਜਵਾਨਾਂ ਵਾਸਤੇ, ਬੱਚਿਆਂ ਵਾਸਤੇ ਹੈ।
84 ਨੂੰ ਵਾਪਰਿਆ 36 ਸਾਲ ਹੋ ਗਏ ਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਨੂੰ 25 ਸਾਲ। ਪਰ ਅੱਜ ਤੱਕ ਅਸੀਂ ਆਪਣੇ ਯੂਥ ਨੂੰ, ਆਪਣੇ ਨੌਜਵਾਨਾਂ ਨੂੰ, ਆਪਣੇ ਬੱਚਿਆਂ ਨੂੰ ਸੁਚੱਜੇ ਤਰੀਕੇ ਦੇ ਨਾਲ ਦੱਸ ਨਹੀਂ ਪਾਏ ਇਹ ਕਹਾਣੀਆਂ, ਇਹ ਕਿ ਸਾਡੇ ਨਾਲ ਕੀ ਵਾਪਰਿਆ। ਜਿਨ੍ਹਾਂ ਨੇ 84 ਤੋਂ 95 ਦਾ ਦੌਰ ਆਪਣੇ ਪਿੰਡੇ ਤੇ ਹੰਡਾਇਆ, ਉਹ ਤੇ ਜਾਣਦੇ ਆ ਕਿ ਕਿਸ ਵੱਡੇ ਪੱਧਰ ਤੇ ਸਾਡੇ ਨਾਲ ਨਸਲਕੁਸ਼ੀ ਹੋਈ ਹੈ। ਪਰ ਉਸ ਤੋਂ ਬਾਅਦ ਸਾਡੇ ਨਾਲ ਇੱਕ ਹੋਰ ਵਾਰਤਾ, ਇੱਕ ਹੋਰ ਭਾਣਾ ਵਾਪਰ ਰਿਹਾ ਹੈ, ਉਹਨੂੰ ਕਹਿੰਦੇ ਆ ਯਾਦਕੁਸ਼ੀ। ਇੰਗਲਿਸ਼ ਵਿੱਚ ਇੱਕ ਲਫ਼ਜ਼ ਹੈ ਮੈਮਰੀ ਸਾਈਡ, ਜੈਨੋਸਾਈਡ ਦੇ ਬਾਅਦ ਮੈਮਰੀ ਸਾਈਡ, ਜਿਹਨੂੰ ਯਾਦਕੁਸ਼ੀ ਕਵਾਂਗੇ। ਕਿ ਉਹ ਸਾਡੀ ਯਾਦ ਤੋਂ, ਸਾਡੇ ਚੇਤੇ ਤੋਂ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਸਾਨੂੰ 84 ਸਾਡੇ ਨਾਲ ਜੋ ਹੋਇਆ, ਜੋ ਵਾਪਰਿਆ, ਉਹ ਸਾਨੂੰ ਭੁੱਲ ਜਾਏ ਤੇ ਅਸੀਂ ਅੱਗੇ ਆਪਣੀਆਂ ਨਵੀਆਂ ਪਨੀਰੀਆਂ ਨੂੰ ਇਸ ਯਾਦ ਦੇ ਨਾਲ ਨਾ ਜੋੜ ਕੇ ਅਸੀਂ ਆਪਣੇ ਪਤਨ ਵੱਲ ਵੱਧ ਰਹੇ ਹਾਂ। ਕਿਉਂਕਿ ਜਦ ਆਪਣੇ ਬੱਚਿਆਂ ਨੂੰ ਅਸੀਂ ਆਪਣੇ ਮਹਾਨ ਸ਼ਹੀਦਾਂ ਦੇ ਬਾਰੇ, ਆਪਣੇ ਮਨੁੱਖੀ ਹੱਕਾਂ ਦੇ ਕਾਰਕੁਨਾਂ ਬਾਰੇ ਤੇ ਆਪਣੇ ਜਿਹੜੇ ਸਾਡੇ ਆਦਰਸ਼ ਹੈਗੇ, ਸਾਡੇ ਨਾਇਕ ਹੈਗੇ, ਉਹਨਾਂ ਦੇ ਬਾਰੇ ਨਹੀਂ ਦੱਸਾਂਗੇ, ਆਪਣੇ ਇਤਿਹਾਸ ਬਾਰੇ ਨਹੀਂ ਦੱਸਾਂਗੇ, ਤੇ ਆਪਾਂ ਕਿਸ ਤਰ੍ਹਾਂ ਉਮੀਦ ਕਰ ਸਕਦੇ ਹਾਂ ਕਿ ਉਹ ਆਪਣਾ ਫਿਊਚਰ, ਆਪਣਾ ਭਵਿੱਖ ਸਵਾਰ ਸਕਣ। ਅੰਗਰੇਜ਼ੀ ਦੀ ਇੱਕ ਕਹਾਵਤ ਹੈ ਕਿ ਯੂ ਡੋਂਟ ਨੋ ਵੇਅਰ ਯੂ ਆਰ ਗੋਇੰਗ ਅੰਟਿਲ ਯੂ ਨੋ ਵੇਅਰ ਯੂ ਆਰ ਕਮਿੰਗ ਫਰੋਮ। ਮਤਲਬ ਕਿ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਕਿੱਥੇ ਜਾ ਸਕਦੇ ਹੋ ਜੇ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਕਿੱਥੋਂ ਆਏ ਹੋ। ਸੋ ਅਸੀਂ ਆਸ ਕਰਦੇ ਹਾਂ ਕਿ ਸਾਡੇ ਬੱਚੇ 21ਵੀਂ ਸਦੀ ਦੇ ਵਿੱਚ ਪੰਜਾਬ ਨੂੰ ਸਵਾਰਨ, ਪਰ ਉਹਨਾਂ ਨੂੰ 20ਵੀਂ ਸਦੀ ਦਾ ਇਤਿਹਾਸ ਹੀ ਨਾ ਪਤਾ ਹੋਵੇ ਤੇ ਉਹ 21ਵੀਂ ਸਦੀ ਵਿੱਚ ਦਿਸ਼ਾਹੀਨ ਹੀ ਹੋ ਕੇ ਰਹਿ ਜਾਣਗੇ। ਇਸ ਕਰਕੇ ਮੈਂ ਇਹ ਕਿਤਾਬ ਬੱਚਿਆਂ ਵਾਸਤੇ ਲਿਖੀ ਹੈ। ਇੱਕ ਗੰਭੀਰ ਮੁੱਦਾ ਮੈਂ ਬੱਚਿਆਂ ਦੀ ਝੋਲੀ ਵਿੱਚ ਪਾਇਆ। ਜਦੋਂ ਤੁਸੀਂ ਇਹ ਕਿਤਾਬ ਲਿਖਦੇ ਹੋ, ਇਹਦੇ ਫਸਟ ਪੇਜ ਦੇ ਸਟਾਰਟਿੰਗ ਦੇ ਵਿੱਚ ਤੁਸੀਂ ਇੱਕ ਅਫਰੀਕੀ ਅਖੌਤ ਲਿਖੀ ਹੈਗੀ ਹੈ ਜੀ, ਜਿੰਨਾ ਚਿਰ ਸ਼ੇਰ ਆਪ ਲਿਖਣਾ ਨਹੀਂ ਸਿੱਖਦਾ, ਹਰ ਕਹਾਣੀ ਸ਼ੇਰ ਸ਼ਿਕਾਰੀ ਦੇ ਸੋਲੇ ਗਾਵੇਗੀ। ਇਹ ਕਿਸ ਸੰਦਰਭ ਦੇ ਵਿੱਚ ਲਿਖੀ ਹੈ? ਇਹਦਾ ਮਤਲਬ ਕੀ ਸੀ ਇੱਥੇ ਲਿਖਣ ਦਾ ਜੀ? ਇਹਦਾ ਮਤਲਬ ਹੈ ਕਿ ਅੱਜ ਜੇ ਸਾਡੇ ਬੱਚੇ 84 ਦੇ ਬਾਰੇ ਜਾਂ ਫਿਰ 84 ਤੋਂ 95 ਤੱਕ ਦਾ ਦੌਰ ਹੈ, ਉਹਦੇ ਬਾਰੇ ਕੁਝ ਜਾਣਨਾ ਚਾਹੁੰਦੇ ਆ ਤੇ ਉਹ ਕਿੱਥੇ ਜਾਂਦੇ ਨੇ? ਉਹ ਵਿਕੀਪੀਡੀਆ ਤੇ ਜਾਂਦੇ ਨੇ ਔਰ ਉਹ ਕਿਤਾਬਾਂ ਵੱਲ ਜਾਂਦੇ ਨੇ ਜਿਹੜੀਆਂ ਕਿ ਸਰਕਾਰੀ ਪ੍ਰੋਪੇਗੈਂਡਾ ਨੂੰ ਹਵਾ ਦਿੰਦੀਆਂ ਨੇ। ਸੋ ਜਦ ਤੱਕ ਅਸੀਂ ਆਪਣੇ ਨੌਜਵਾਨਾਂ ਵਾਸਤੇ, ਆਪਣੀ ਯੂਥ ਵਾਸਤੇ ਸੁਚੱਜੇ ਤਰੀਕੇ ਦੇ ਨਾਲ ਆਪਣੀਆਂ ਕਹਾਣੀਆਂ ਨਹੀਂ ਲਿਖਾਂਗੇ, ਤਾਂ ਤੱਕ ਉਹਨਾਂ ਨੂੰ ਉਹ ਨੈਰੇਟਿਵ ਮਿਲੇਗਾ ਜਿਹੜਾ ਕਿ ਤੁਸੀਂ ਭਲੀ ਭਾਂਤ ਵਾਕਿਫ ਹੋ ਉਹਦੇ ਨਾਲ, ਜਿਹੜਾ ਗਵਰਨਮੈਂਟ ਦਾ ਪ੍ਰੋਪੇਗੈਂਡਾ ਸੀ, ਜਿਹੜਾ ਜੋ ਤੁਹਾਨੂੰ ਪਰੋਸਣਾ ਚਾਹੁੰਦੀ ਹੈ ਸਰਕਾਰ, ਤੁਹਾਨੂੰ ਉਹੀ ਮਿਲੇਗਾ ਜੀ, ਤੇ ਉਹਨਾਂ ਨੂੰ ਵੀ ਇਹੀ ਮਿਲ ਰਿਹਾ। ਸੋ ਇਸ ਕਰਕੇ ਹੁਣ ਮੈਂ ਉਹਨਾਂ ਦੇ ਹੱਥਾਂ ਵਿੱਚ ਇਸ ਤਰ੍ਹਾਂ ਦੀ ਕਿਤਾਬ ਦੇਣਾ ਚਾਹੁੰਦੀ ਸੀ ਕਿ ਜਿਹਦੇ ਵਿੱਚ ਉਹਨਾਂ ਨੂੰ ਸਿਰਫ 84 ਨਹੀਂ, ਪਰ 84 ਵਾਪਰਿਆ ਤੇ ਉਸ ਦੇ ਪਿਛੋਕੜ ਵਿੱਚ ਕੀ ਸੀਗਾ, 20ਵੀਂ ਸਦੀ ਵਿੱਚ ਪੰਜਾਬ ਕਿਸ ਦੌਰ ਤੋਂ, ਕਿਹੜੇ ਤਸ਼ੱਦਦ ਤੋਂ ਗੁਜ਼ਰਿਆ ਹੈ, ਉਹ ਸਾਰੀ ਕਹਾਣੀ ਇਹਦੇ ਵਿੱਚ ਹੈ। ਜਿਵੇਂ ਕਿ 1947 ਦੀ ਵੰਡ, ਉਹਦੇ ਵਿੱਚ ਸਿੱਖਾਂ ਦਾ ਕੀ, ਭਾਰਤ ਦੀ ਆਜ਼ਾਦੀ ਵਿੱਚ ਸਿੱਖਾਂ ਦਾ ਕੀ ਯੋਗਦਾਨ ਸੀਗਾ। ਉਸ ਤੋਂ ਵੀ ਪਿੱਛੇ ਚਲੇ ਜਾਈਏ ਤੇ ਮੈਂ ਜਸਵੰਤ ਸਿੰਘ ਖਾਲੜਾ ਦੇ ਪਰਿਵਾਰ ਦੀ ਨਜ਼ਰਾਂ ਤੋਂ, ਇੱਕ ਪਰਿਵਾਰ ਦੇ ਨਜ਼ਰਾਂ ਤੋਂ ਪੰਜਾਬ ਦੀ ਕਹਾਣੀ ਦੱਸ ਰਹੀ ਹਾਂ। ਸੋ ਜਿਵੇਂ ਕਿ ਉਹਨਾਂ ਦੇ ਦਾਦਾ ਜੀ ਉਹ ਕਾਮਾਗਾਤਾ ਮਾਰੂਤੇ ਸੀਗੇ ਔਰ ਗਦਰੀ ਬਾਬੇ ਸੀਗੇ। ਤੁਸੀਂ ਇਕੱਲੇ ਜਸਵੰਤ ਸਿੰਘ ਖਾਲੜਾ ਨਹੀਂ ਹੈ, ਪੂਰੀ ਪੰਜਾਬ ਦੀ ਹਿਸਟਰੀ ਇਸ ਕਿਤਾਬ ਦੇ ਵਿੱਚ ਬਿਆਨ ਕੀਤੀ ਹੈ ਵੀ ਅਸਲ ਵਿੱਚ ਜਸਵੰਤ ਸਿੰਘ ਖਾਲੜਾ ਦੇ ਪਿੱਛੇ ਬੈਕਗਰਾਉਂਡ ਦੇ ਉੱਤੇ ਉਹ ਕਿਹੜੀ ਸਟੋਰੀ, ਉਹ ਕਿਹੜੀ ਕਹਾਣੀ ਸੀ ਜਿਨ੍ਹਾਂ ਨੇ ਉਹਨਾਂ ਨੂੰ ਇਸ ਪਾਸੇ ਵੱਲ ਪ੍ਰੇਰਿਤ ਕੀਤਾ। ਜੀ, ਕਿਉਂਕਿ ਆਪਾਂ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦੇ ਹਾਂ, ਸ਼ਹੀਦ ਜਸਵੰਤ ਸਿੰਘ ਖਾਲੜਾ ਤੋਂ ਆਪਾਂ ਇੰਨਾ ਹੀ ਕੁ ਜਾਣਦੇ ਹਾਂ ਕਿ ਉਹ ਜਿਹੜੀਆਂ ਅਣਪਛਾਤੀਆਂ ਲਾਸ਼ਾਂ ਸੀਗੀਆਂ, ਜਿਨ੍ਹਾਂ ਨੂੰ ਲਾਵਾਰਿਸ ਕਹਿ ਕੇ ਸਾੜਿਆ ਸੀਗਾ, ਉਹ ਉਹਨਾਂ ਦੇ ਹੱਕ ਵਿੱਚ ਖੜੇ ਹੋਏ, ਉਹਨਾਂ ਨੂੰ ਆਈਡੈਂਟੀਫਾਈ ਕੀਤਾ ਔਰ ਉਹਨਾਂ ਨੂੰ ਉਹ ਦਸਤਾਵੇਜ਼ਾਂ ਨੂੰ ਦੁਨੀਆ ਤੱਕ ਨਸ਼ਰ ਕੀਤਾ। ਪਰ ਆਪਾਂ ਇਹ ਨਹੀਂ ਜਾਣਦੇ ਹਾਂ ਕਿ ਉਹ ਸ਼ਖਸੀਅਤ, ਉਹਨਾਂ ਦੇ ਬਚਪਨ ਤੋਂ ਲੈ ਕੇ ਉਹਨਾਂ ਦੇ ਸ਼ਹੀਦੀ ਦੇ ਅੰਜਾਮ ਤੱਕ ਪਹੁੰਚਾਉਣ ਵਾਲੀ ਜਿਹੜੀ ਪਿੱਠ ਭੂਮੀ ਸੀਗੀ, ਉਹ ਕੀ ਸੀਗੀ, ਉਹਨਾਂ ਦੀ ਸ਼ਖਸੀਅਤ ਕਿਵੇਂ ਘੜੀ ਗਈ ਤੇ ਉਹਦੇ ਪਿੱਛੇ ਜਿਹੜਾ ਇਤਿਹਾਸ ਹੈ, ਜਿਹੜਾ ਪਿਛੋਕੜ ਹੈ, ਉਹਨਾਂ ਨੂੰ ਕਿਸ ਚੀਜ਼ ਨੇ ਪ੍ਰੇਰਣਾ ਦਿੱਤੀ, ਉਹ ਆਪਾਂ ਨਹੀਂ ਜਾਣਦੇ। ਤੇ ਉਹ ਮੈਂ ਉਹਨਾਂ ਦੀ ਕਹਾਣੀ ਸਾਰਿਆਂ ਤੱਕ ਲੈ ਕੇ ਆਉਣਾ ਚਾਹੁੰਦੀ। ਪਹੁੰਚਾਉਣ ਲਈ ਤੁਸੀਂ ਇਹ ਕਿਤਾਬ ਲਿਖੀ। ਜਦੋਂ ਤੁਸੀਂ ਇਹ ਕਿਤਾਬ ਲਿਖਣੀ ਆਰੰਭ ਕਰਦੇ ਹੋ, ਕੀ ਤੁਸੀਂ ਇਸ ਕਿਤਾਬ ਦੀ ਬਾਬਤ ਪਰਿਵਾਰ ਦੇ ਨਾਲ ਸੰਪਰਕ ਕੀਤਾ ਸੀ
ਵੀ ਮੈਂ ਇਸ ਮਰਜੀਵੜੇ ਸ਼ਖਸੀਅਤ ਦੇ ਉੱਤੇ ਕਿਤਾਬ ਲਿਖਣਾ ਚਾਹੁੰਦੀ ਹਾਂ। ਕਈ ਵਾਰੀ ਕਿਉਂਕਿ ਜਦੋਂ ਕੋਈ ਸਟੋਰੀ ਬਣਦੀ ਹੈ, ਮੂਵੀ ਬਣਦੀ ਹੈ ਜਾਂ ਕਿਤਾਬ ਲਿਖੀ ਜਾਂਦੀ ਹੈ, ਪਰਿਵਾਰ ਵੱਲੋਂ ਇਸ ਦਾ ਸਮਰਥਨ ਨਹੀਂ ਕੀਤਾ ਜਾਂਦਾ ਕਿ ਸਾਨੂੰ ਪੁੱਛਿਆ ਹੀ ਨਹੀਂ ਗਿਆ। ਆਮ ਕਰਕੇ ਲਿਖਿਆ ਵੀ ਐਸਾ ਜਾਂਦਾ ਵੀ ਇੱਕ ਰੂਮ ਦੇ ਵਿੱਚ ਬਹਿ ਕੇ ਟੇਬਲ ਚੇਅਰ ਯੂਜ਼ ਕਰਕੇ ਆਪਣੇ ਤਰੀਕੇ ਦੇ ਨਾਲ ਲਿਖਿਆ ਜਾਂਦਾ। ਕੀ ਤੁਸੀਂ ਪਰਿਵਾਰ ਦੇ ਨਾਲ ਸੰਪਰਕ ਕੀਤਾ ਸੀ? ਜੀ, ਇਹ ਕਿਤਾਬ ਪੂਰੀ ਉਹਨਾਂ ਦੇ ਪਰਿਵਾਰ ਦੇ ਸਹਿਯੋਗ ਨਾਲ ਹੀ ਲਿਖੀ ਗਈ ਹੈ। ਬੀਬੀ ਨਵਕਿਰਨ ਕੌਰ ਖਾਲੜਾ, ਉਹਨਾਂ ਦੇ ਨਾਲ ਮੇਰਾ ਰੋਜ਼ ਦਾ ਰਾਬਤਾ ਰਿਹਾ ਹੈ ਤੇ ਉਹਨਾਂ ਦੇ ਪਰਿਵਾਰ ਨਾਲ ਵੀ। ਮੈਂ ਪਿਛਲੇ ਸਾਲ ਜਦ 2 ਸਾਲ ਪਹਿਲਾਂ ਪੰਜਾਬ ਗਈ ਤੇ ਮੈਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵੀ ਮਿਲ ਕੇ ਆਈ, ਉਹਨਾਂ ਦਾ ਵੀ ਇੰਟਰਵਿਊ ਕੀਤਾ ਤੇ ਉਹਨਾਂ ਦੇ ਪੂਰੇ ਪਰਿਵਾਰ ਦੇ ਨਾਲ ਮੇਰੀ ਕਾਫੀ ਸਾਂਝ ਰਹੀ ਤੇ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਮਿਲ ਕੇ ਮੈਂ ਕਿਤਾਬ ਲਿਖੀ ਹੈ। ਉਹਦਾ ਇੱਕ ਅੱਖਰ ਉਹਨਾਂ ਦਾ ਪੜ੍ਹਿਆ ਤੇ ਉਹਨਾਂ ਦੀ ਰਜ਼ਾਮੰਦੀ ਦੇ ਨਾਲ ਉਹਨਾਂ ਨੇ ਬਹੁਤ ਕੁਝ ਉਹਦੀ ਮਦਦ ਕੀਤੀ। ਉਹਨਾਂ ਨੇ ਬਹੁਤ ਸਾਰੇ ਦਸਤਾਵੇਜ਼ ਮੈਨੂੰ ਮੁਹੱਈਆ ਕਰਵਾਏ ਜਿਹੜੇ ਕਿ ਅੱਜ ਤੱਕ ਅਜਨਤਕ ਨਹੀਂ ਹੋਏ ਸੀਗੇ। ਉਹਨਾਂ ਦੀ ਪਰਿਵਾਰਿਕ ਜਿਹੜੀਆਂ ਤਸਵੀਰਾਂ ਸੀਗੀਆਂ, ਉਹਨਾਂ ਦੇ ਹੱਥ ਦੇ ਲਿਖੇ ਹੋਏ ਖੱਤ, ਉਹ ਸਾਰਾ ਕੁਝ ਉਹਨਾਂ ਨੇ ਇਸ ਕਿਤਾਬ ਵਾਸਤੇ ਮੈਨੂੰ ਦਿੱਤਾ, ਜੋ ਕਿ ਕਿਤਾਬ ਵਿੱਚ ਮੈਂ ਛਾਪਿਆ, ਜੋ ਨਸ਼ਰ ਕੀਤਾ ਹੈ ਸਾਰਿਆਂ ਤੱਕ। ਅਸੀਂ ਦੇਖਦੇ ਹਾਂ ਵੀ ਇਸ ਕਿਤਾਬ ਦੇ ਵਿੱਚ ਕਾਫੀ ਮਿਹਨਤ ਕੀਤੀ ਹੋਈ ਹੈ। ਤੁਸੀਂ ਸਭ ਤੋਂ ਵੱਡੀ ਮੈਂ ਦੇਖ ਰਿਹਾ ਵੀ ਜਦੋਂ ਤੁਸੀਂ ਕਿਤਾਬ ਪ੍ਰਿੰਟ ਕਰਵਾਉਂਦੇ ਹੋ, ਇਹਦਾ ਜਿਹੜਾ ਪੱਤਰੇ ਨੇ ਉਹ ਬਹੁਤ ਵਧੀਆ ਨੇ ਤੇ ਸਭ ਤੋਂ ਵੱਡੀ ਗੱਲ ਹੈ ਤੁਸੀਂ ਇਹ ਜਿਹੜੀਆਂ ਚਿੱਤਰ ਛਾਪੇ ਨੇ ਇਹ ਕਿਸੇ ਖਾਸ ਲੱਗਦਾ ਵੀ ਬਹੁਤ ਮਿਹਨਤ ਕਰਵਾਈ ਲੱਗਦੀ ਹੈ। ਇਹਦੇ ਬਾਬਤ ਦੱਸੋਗੇ ਕੁਝ ਜੀ? ਇਹ ਜਿਹੜੇ ਚਿੱਤਰ ਛਾਪੇ ਨੇ ਬਹੁਤ ਸੋਹਣੇ ਕਲਰ ਯੂਜ਼ ਕੀਤੇ ਗਏ ਨੇ, ਇਹਦੇ ਬਾਬਤ ਕੀ ਸਟੋਰੀ ਹੈ ਜੀ? ਸੋ ਵੀਰ ਜੀ, ਮੈਂ ਇਹ ਕਿਤਾਬ ਸਿਰਫ ਅੱਖਰਾਂ ਵਿੱਚ ਲਿਖ ਕੇ ਬੱਚਿਆਂ ਦੇ ਮਨਾਂ ਤੇ ਅੱਖਰਾਂ ਦਾ ਬੋਝ ਨਹੀਂ ਪਾਉਣਾ ਚਾਹੁੰਦੀ ਸੀ ਤੇ ਮੈਂ ਬਹੁਤ ਸਾਰੇ ਐਂਗਲਸ, ਬਹੁਤ ਸਾਰੇ ਕੋਣ ਦੇਣਾ ਚਾਹੁੰਦੀ ਸੀ ਕਿ ਬੱਚੇ ਪੰਜਾਬ ਦੇ ਇਤਿਹਾਸ ਨੂੰ, ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸ਼ਖਸੀਅਤ ਨੂੰ ਬਹੁਤ ਨਜ਼ਰਾਂ ਨਾਲ ਵੇਖ ਸਕਣ ਤੇ ਆਪਣੇ ਆਪ ਉਹਨਾਂ ਦੀ ਕਲਪਨਾ ਉਡਾਰੀ ਮਾਰੇ ਤੇ ਉਹ ਉਸ ਦੇ ਨਾਲ ਪ੍ਰਭਾਵਿਤ ਹੋਣ ਤੇ ਉਹ ਪ੍ਰੇਰਣਾ ਲੈ ਸਕਣ। ਸੋ ਇਹ ਕਿਤਾਬ ਨੂੰ, ਜਿਵੇਂ ਕਿ ਰਾਜਵਿੰਦਰ ਸਿੰਘ ਬੈਸ ਐਡਵੋਕੇਟ ਹੈਗੇ, ਉਹਨਾਂ ਨੇ ਇਸ ਕਿਤਾਬ ਦੇ ਪਿੱਛੇ ਇਹਦਾ ਜਿਹੜਾ ਰਿਵਿਊ ਲਿਖਿਆ ਉਹਦੇ ਵਿੱਚ ਲਿਖਿਆ ਕਿ ਉਹਨਾਂ ਨੇ ਕਿਹਾ ਹੈ ਕਿ ਇਹ ਕਿਤਾਬ ਸਿਰਫ ਕਿਤਾਬ ਹੀ ਨਹੀਂ, ਇੱਕ ਜਿਉਂਦਾ ਜਾਗਦਾ ਮਿਊਜ਼ੀਅਮ ਹੈ ਜਿਹੜਾ ਕਿ ਜਸਵੰਤ ਸਿੰਘ ਖਾਲੜਾ ਨੂੰ ਸਾਡੇ ਅੱਗੇ ਸਾਕਸ਼ਾਤ ਖੜਾ ਕਰ ਦਿੰਦਾ ਹੈ। ਤੇ ਉਹ ਇਸ ਕਰਕੇ ਬਹੁਤ ਸੋਹਣੇ ਤਰੀਕੇ ਦੇ ਨਾਲ ਕਿ ਬੱਚੇ ਖਿੱਚਣ ਇਸ ਕਿਤਾਬ ਦੇ ਨਾਲ। ਇਹ ਉਹ ਕਿਤਾਬ ਨਹੀਂ ਹੈ ਕਿ ਇੱਕ ਵਾਰੀ ਪੜ੍ਹ ਕੇ ਤੁਸੀਂ ਪਰੇ ਕਰ ਦਿੱਤੀ। ਮੈਂ ਚਾਹੁੰਦੀ ਸੀ ਕਿ ਇਹ ਕਿਤਾਬ ਇਸ ਤਰ੍ਹਾਂ ਦੀ ਉਹਨਾਂ ਦੇ ਹੱਥਾਂ ਵਿੱਚ ਦਿੱਤੀ ਜਾਏ ਜੋ ਉਹ ਬਾਰ-ਬਾਰ ਉਹਦੇ ਵੱਲ ਖਿੱਚ ਕੇ ਆਉਣ ਤੇ ਉਹਦੇ ਵਿੱਚ ਬਹੁਤ ਕੁਝ ਸਿੱਖਣ ਤੇ ਪ੍ਰੇਰਣਾ ਲੈ ਸਕਣ ਤੇ ਅੱਗੇ ਆਪਣੀ ਖੋਜ ਆਪ ਕਰ ਸਕਣ। ਸੋ ਜੋ ਤੁਸੀਂ ਉਹਨਾਂ ਦੀ ਤਸਵੀਰਾਂ ਦੀ ਗੱਲ ਕੀਤੀ, ਇੱਕ ਅਮਨਦੀਪ ਸਿੰਘ ਇਨਕੁਇਜ਼ਿਟਿਵ ਜੋ ਬਹੁਤ ਫੇਮਸ ਆਰਟਿਸਟ ਨੇ, ਉਹਨਾਂ ਦੇ ਕੋਲ ਕਰਵਾਈ ਹੈ ਤੇ ਤੁਸੀਂ ਦੇਖੋਗੇ ਕਿ ਉਹ ਇੱਕ ਤਸਵੀਰ ਦੇ ਹਜ਼ਾਰਾਂ ਡਾਲਰਸ ਵਿੱਚ ਕਮਿਸ਼ਨ ਕਰਾਉਂਦੇ ਲੋਕ ਉਹਨਾਂ ਦੇ ਕੋਲ ਇੱਕ ਤਸਵੀਰ। ਅਸੀਂ ਕਿਤਾਬ ਵਿੱਚ 45 ਕਮਿਸ਼ਨਡ ਇਲਸਟ੍ਰੇਸ਼ਨਸ ਚਿੱਤਰ ਪਵਾਏ ਨੇ ਔਰ ਇੱਕ ਚਿੱਤਰ ਆਪਣੀ ਕਹਾਣੀ, ਇੱਕ ਤਸਵੀਰ ਇੱਕ ਕਹਾਣੀ ਬੋਲਦੀ ਹੈ। ਉਹ ਮੂੰਹ ਬੋਲਦੀ ਤਸਵੀਰ ਹੈ ਜੀ। ਜੀ, ਸੋ ਬਹੁਤ ਮਿਹਨਤ ਕੀਤੀ ਇਸ ਕਿਤਾਬ ਵਿੱਚ। ਸਿਰਫ ਇਲਸਟ੍ਰੇਸ਼ਨਸ ਹੀ ਨਹੀਂ ਨੇ, ਇਹਦੇ ਵਿੱਚ ਨਕਸ਼ੇ ਨੇ, ਇਹਦੇ ਵਿੱਚ ਪੰਜਾਬ ਦੀ ਪੁਰਾਣੀਆਂ ਜਿਹੜੀਆਂ ਤਸਵੀਰਾਂ ਨੇ, ਪਰਿਵਾਰਕ ਤਸਵੀਰਾਂ ਨੇ, ਜਿਹੜੀਆਂ ਉਸ ਵੇਲੇ ਦੀ ਨਿਊਜ਼ਪੇਪਰਸ ਕਲਿੱਪਿੰਗ ਸੀ, ਕਤਰਨਾਂ ਸੀ ਹਨ, ਉਹ ਪ੍ਰੋਵਾਈਡ ਕੀਤੀਆਂ ਗਈਆਂ ਨੇ। ਤੇ ਕਾਫੀ ਐਂਗਲਸ ਤੋਂ ਬੱਚੇ ਇਸ ਹਿਸਟਰੀ, ਇਸ ਇਤਿਹਾਸ ਨੂੰ ਸਟੱਡੀ ਕਰ ਸਕਦੇ ਨੇ ਤੇ ਇਹਦੇ ਤੋਂ ਸੇਧ ਲੈ ਸਕਦੇ ਨੇ। ਸਾਡੇ ਦਰਸ਼ਕਾਂ ਲਈ ਦੱਸੋਗੇ ਵੀ ਇਸ ਵਿੱਚੋਂ ਉਹ ਐਸਾ ਕਿਹੜਾ ਪੱਖ ਹੈ ਕਿ ਜਿਹੜਾ ਤੁਸੀਂ ਆਪ ਸੋਚਦੇ ਹੋ ਵੀ ਮੈਂ ਕਾਫੀ ਕੁਝ ਜਾਣਦੇ ਸੀ ਜਸਵੰਤ ਸਿੰਘ ਖਾਲੜਾ ਬਾਰੇ, ਕਿਤਾਬ ਲਿਖਣੀ ਵੀ ਸਟਾਰਟ ਕੀਤੀ, ਪਰ ਤੁਹਾਨੂੰ ਬਾਅਦ ਦੇ ਵਿੱਚ ਲੱਗਿਆ ਵੀ ਜਿਹਨੇ ਵਾਕਈ ਤੁਹਾਨੂੰ ਬਹੁਤ ਪ੍ਰਭਾਵਿਤ ਕੀਤਾ ਹੋਵੇ ਵੀ ਮੈਂ ਜੇ ਇਹ ਕਿਤਾਬ ਨਾ ਲਿਖਦੀ ਸ਼ਾਇਦ ਮੈਨੂੰ ਵੀ ਨਾ ਪਤਾ ਹੋਣਾ ਸੀ? ਬਹੁਤ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਚੀਜ਼ਾਂ ਮੈਨੂੰ ਨਹੀਂ ਪਤਾ ਸੀਗੀਆਂ, ਜਿਵੇਂ ਕਿ ਮੈਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹੀ ਪਤਾ ਕਿ ਉਹਨਾਂ ਨੇ ਡਾਕੂਮੈਂਟ ਕੀਤਾ, ਜਿਹੜੀ ਲਾਵਾਰਿਸ ਲਾਸ਼ਾਂ ਦਾ ਵੇਰਵਾ ਸੀਗਾ ਉਹ ਤਫਸੀਲ ਦੇ ਨਾਲ ਡਾਕੂਮੈਂਟ ਕਰਕੇ ਸਾਨੂੰ ਸਾਡੀ ਝੋਲੀ ਵਿੱਚ ਪਾਇਆ ਤੇ ਉਹਨਾਂ ਨੇ ਕਿਹਾ ਕਿ ਦੁਨੀਆ ਤੁਹਾਡੇ ਤੇ ਇਤਬਾਰ ਨਹੀਂ ਕਰੇਗੀ ਜਦ ਤੁਸੀਂ ਕਹੋਗੇ, ਕਦੇ ਤੁਸੀਂ ਕਹਿੰਦੇ ਹੋ 50,000 ਗਾਇਬ ਹੋਏ, ਲਾਪਤਾ ਹੋਏ, ਕਦੇ ਤੁਸੀਂ ਮਿਲੀਅਨ ਕਹਿ ਦਿੰਦੇ ਹੋ। ਤੁਹਾਨੂੰ ਜਦ ਤੱਕ ਤੁਸੀਂ ਡਾਕੂਮੈਂਟ ਕਰਕੇ ਐਵੀਡੈਂਸ ਨਹੀਂ ਪ੍ਰੋਵਾਈਡ ਕਰੋਗੇ, ਉਹਦਾ ਸਬੂਤ ਨਹੀਂ ਪ੍ਰੋਵਾਈਡ ਕਰੋਗੇ, ਤਾਂ ਤੱਕ ਦੁਨੀਆ ਤੁਹਾਡੇ ਉੱਤੇ ਇਤਬਾਰ ਨਹੀਂ ਕਰੇਗੀ। ਪਰ ਮੈਨੂੰ
ਸਭ ਤੋਂ ਜ਼ਿਆਦਾ ਇਸ ਚੀਜ਼ ਨੇ ਮੇਰੇ ਮਨ ਨੂੰ ਲੱਗੀ ਕਿ ਉਹਨਾਂ ਦੇ ਦਾਦਾ ਜੀ ਸਰਦਾਰ ਹਰਨਾਮ ਸਿੰਘ ਜੀ ਇਹ ਗਦਰੀ ਬਾਬੇ ਸੀਗੇ, ਕਾਮਾਗਾਟਾ ਮਾਰੂ ਤੇ ਸੀਗੇ। ਉਹਨਾਂ ਨੇ ਉਸ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕੀਤੀ, ਜਿਸ ਦੇਸ਼ ਦੇ ਨਿਜ਼ਾਮ ਨੇ ਉਹਨਾਂ ਦੇ ਪੋਤਰੇ ਦਾ ਕਤਲ ਕੀਤਾ। ਸੋ ਇਹ ਪੰਜਾਬ ਦੇ ਘਰ-ਘਰ ਦੀ ਕਹਾਣੀ ਹੈ। ਸੋ ਇਹ ਜਦ ਮੈਂ ਇਹ ਕਨੈਕਸ਼ਨਸ ਡਾਟਸ ਕਨੈਕਟ ਕੀਤੇ ਤੇ ਮੈਨੂੰ ਲੱਗਿਆ ਕਿ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਪੰਜਾਬ ਦੀ ਕਹਾਣੀ ਕਿਸ ਤਰ੍ਹਾਂ ਇਸ ਕਹਾਣੀ ਦੇ ਰੂਪ ਵਿੱਚ ਮੈਂ ਬਿਆਨ ਕੀਤੀ ਹੈ, ਔਰ ਸਾਰਿਆਂ ਦੀ ਪੰਜਾਬ ਵਿੱਚ ਬਹੁਤ ਲੋਕ ਘਰਾਂ ਦੀ ਕਹਾਣੀ ਹੈ ਤੇ ਇਸ ਦੇ ਨਾਲ ਰਿਲੇਟ ਕਰਨਾ ਬਹੁਤ ਜ਼ਰੂਰੀ ਹੈ। ਤੇ ਤੁਸੀਂ ਉਹਨਾਂ ਦੇ ਦਾਦਾ ਜੀ ਦੀ ਗੱਲ ਕੀਤੀ ਹੈ, ਭਾਈ ਜਸਵੰਤ ਸਿੰਘ ਖਾਲੜਾ ਦੇ, ਤੇ ਜਿਵੇਂ ਅੱਜ ਦਾ ਇਸ ਵੇਲੇ ਪੰਜਾਬ ਦਾ ਮਾਹੌਲ ਹੈ, ਜਿਵੇਂ ਕਿਸਾਨੀ ਅੰਦੋਲਨ ਚੱਲਦਾ ਪਿਆ, ਵੀ ਜੇ ਅੱਜ ਭਾਈ ਜਸਵੰਤ ਸਿੰਘ ਖਾਲੜਾ ਹੁੰਦੇ, ਤੁਹਾਨੂੰ ਕੀ ਲੱਗਦਾ ਵੀ ਉਹਨਾਂ ਦੀ ਕੀ ਭੂਮਿਕਾ ਹੋਣੀ ਸੀ ਇਸ ਅੰਦੋਲਨ ਦੇ ਵਿੱਚ? ਸਭ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਕਿ ਉਹ ਬਹੁਤ ਨਿਰਾਸ਼ ਹੁੰਦੇ, ਜਿਹੜੀ ਧੜੇਬਾਜ਼ੀ ਚੱਲ ਰਹੀ ਹੈ, ਜਿਹੜੇ ਕਿ ਜਿਹੜਾ ਸਾਡਾ ਟੀਚਾ ਹੈ ਉਹਨੂੰ ਪਿੱਛੇ ਰੱਖ ਕੇ ਆਪਾਂ ਇੱਕ ਦੂਜੇ ਦੀ ਲੱਤ ਖਿੱਚਣ ਵਿੱਚ ਲੱਗੇ ਹੋਏ ਆ। ਸ਼ਹੀਦ ਜਸਵੰਤ ਸਿੰਘ ਖਾਲੜਾ ਖੱਬੇ ਪੱਖੀ ਵਿਚਾਰਧਾਰਾ ਤੋਂ ਆਉਂਦੇ ਨੇ, ਭਾਰਤ ਨੌਜਵਾਨ ਸਭਾ ਦੇ ਨਾਲ ਸੰਬੰਧ ਰੱਖਦੇ ਸੀਗੇ, ਪੰਜਾਬ ਸਟੂਡੈਂਟ ਯੂਨੀਅਨ ਦੇ ਨਾਲ ਜੁੜੇ ਹੋਏ ਸੀਗੇ, ਫਿਰ ਇੰਟਰਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਦੇ ਨਾਲ ਜੁੜੇ ਹੋਏ ਸੀਗੇ। ਉਹਨਾਂ ਨੇ ਅਕਾਲੀ ਦਲ ਤੇ ਕਾਂਗਰਸ ਪਾਰਟੀ ਨੂੰ ਕੰਪਲੀਟਲੀ ਉਹ ਕਰ ਦਿੱਤਾ ਸੀ, ਸ਼ਨ ਕਰ ਦਿੱਤਾ ਸੀ। ਉਹ ਕਹਿੰਦੇ ਸੀਗੇ ਕਿ ਇਹ ਦੋਵੇਂ ਬੜੀ ਮਤਲਬ ਪ੍ਰਸਤ ਪਾਰਟੀਆਂ ਨੇ, ਇਹਨਾਂ ਦੇ ਲੋਕ ਜਿਹੜੇ ਮਤਲਬ ਪ੍ਰਸਤ ਨੇ। ਪਰ ਬਾਅਦ ਵਿੱਚ ਮਨੁੱਖੀ ਅਧਿਕਾਰਾਂ ਕਰਕੇ ਉਹਨਾਂ ਨੇ ਅਕਾਲੀ ਦਲ ਦਾ ਹਿਊਮਨ ਰਾਈਟਸ ਵਿੰਗ ਵੀ ਜੁਆਇਨ ਕੀਤਾ। ਸੋ ਉਹਨਾਂ ਨੇ ਖੱਬੇ ਪੱਖ ਨੂੰ ਤੇ ਪੰਥਕ ਜਥੇਬੰਦੀਆਂ ਨੂੰ ਇਕੱਠਾ ਕੀਤਾ ਔਰ ਉਹਨਾਂ ਨੇ ਸਾਰਿਆਂ ਨੂੰ ਜੋੜਿਆ, ਕਿਉਂਕਿ ਉਹ ਮਨੁੱਖੀ ਹੱਕਾਂ ਵਾਸਤੇ ਖੜੇ ਹੋਏ। ਉਹਨਾਂ ਦੇ ਨਜ਼ਰਾਂ ਵਿੱਚ ਹਿੰਦੂ ਜਾਂ ਸਿੱਖ ਜਾਂ ਫਿਰ ਮੁਸਲਮਾਨ, ਉਹਨਾਂ ਦੇ ਮਨੁੱਖੀ ਅਧਿਕਾਰ ਵੱਖਰੇ ਨਹੀਂ ਸੀਗੇ। ਸੋ ਉਹ ਅੱਜ ਹੁੰਦੇ ਤੇ ਬੜੇ ਸ਼ਰਮਸਾਰ ਹੁੰਦੇ ਕਿ ਕਿਵੇਂ ਆਪਾਂ ਆਪਣੇ ਹੱਕਾਂ ਨੂੰ ਛੱਡ ਕੇ ਇੱਕ ਦੂਜੇ ਦੇ ਨਾਲ ਲੜਨ ਵਿੱਚ ਲੱਗੇ ਹੋਏ ਆ, ਤੇ ਸ਼ਾਇਦ ਉਹ ਸਾਰਿਆਂ ਨੂੰ ਜੋੜਦੇ, ਮੈਨੂੰ ਇਹ ਲੱਗਦਾ। ਹਾਂਜੀ, ਤੁਸੀਂ ਜਦੋਂ ਇਹ ਕਿਤਾਬ ਦੀ ਗੱਲ ਕਰਦੇ ਹੋ, ਕਿਉਂਕਿ ਪਤਾ ਵੀ ਇਹ ਇੱਕ ਉਹ ਸ਼ਖਸੀਅਤ ਦੀ ਕਿਤਾਬ ਹੈ ਜਿਸ ਨੇ ਪੰਜਾਬੀਅਤ ਦੇ ਵਾਸਤੇ ਆਪਣੀ ਸ਼ਹਾਦਤ ਦਿੱਤੀ, ਲਾਵਾਰਸ ਲਾਸ਼ਾਂ ਨੂੰ ਸੰਭਾਲਦੇ ਹੋਏ ਆਪ ਲਾਸ਼ ਬਣ ਗਏ। ਤੁਹਾਨੂੰ ਲੱਗਦਾ ਨਹੀਂ ਵੀ ਇਹ ਕਿਤਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਉਸ ਜਥੇਬੰਦੀ ਵੱਲੋਂ ਇਸ ਨੂੰ ਪ੍ਰਿੰਟ ਕਰਵਾ ਕੇ ਘਰ ਘਰ ਪਹੁੰਚਾਉਣਾ ਚਾਹੀਦਾ? ਵੀ ਕਿਉਂਕਿ ਇਹਦੇ ਵਿੱਚ ਜਿੱਥੇ ਕਾਮਾਗਾਟਾ ਮਾਰੂ ਦੇ ਜਿਹੜੀ ਗੱਲ ਤੁਸੀਂ ਕੀਤੀ ਹੈ, ਉਹਦੇ ਪੜਦਾਦਾ ਜੀ ਦੀ ਜੋ ਉਹ ਆਪ ਗਦਰੀ ਬਾਬਿਆਂ ਦੇ ਨਾਲ ਸੰਬੰਧਿਤ ਸਨ, ਆਪ ਵੀ ਇਹਨਾਂ ਨੇ ਸ਼ਹਾਦਤ ਦਿੱਤੀ। ਤੁਹਾਨੂੰ ਲੱਗਦਾ ਨਹੀਂ ਵੀ ਇਹ ਕਿਤਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਡਾਪਟ ਕਰਨੀ ਚਾਹੀਦੀ ਹੈ? ਸੋ ਹਾਂਜੀ, ਇਹਦੇ ਵਿੱਚ 47 ਵੰਡ ਤੋਂ ਲੈ ਕੇ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਹੈ, ਉਸ ਤੋਂ ਬਾਅਦ ਪੰਜਾਬੀ ਸੂਬੇ ਦੀ ਗੱਲ ਹੈ, ਉਸ ਤੋਂ ਪਹਿਲਾਂ ਪੰਜਾਬੀ ਸੂਬੇ ਮੋਰਚੇ ਦੀ ਗੱਲ ਹੈ, ਇਹਦੇ ਸਿੱਖ ਸੰਘਰਸ਼ ਦੀ ਗੱਲ ਹੈ ਤੇ ਧਰਮ ਯੁੱਧ ਮੋਰਚੇ ਦੀ ਗੱਲ ਹੈ। ਤੇ ਹਾਂਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ, ਪਰ ਤੁਸੀਂ ਕਿਹੜੀ ਸ਼੍ਰੋਮਣੀ ਕਮੇਟੀ ਦੀ ਗੱਲ ਕਰਦੇ ਹੋ ਜਿਹਦੀ ਪ੍ਰਧਾਨ ਬੀਬੀ ਜਾਗੀਰ ਕੌਰ, ਬੀਬੀ ਪਰਮਜੀਤ ਕੌਰ ਖਾਲੜਾ ਦੇ ਖਿਲਾਫ ਚੋਣਾਂ ਲੜਦੀ ਹੈ? ਉਹਨਾਂ ਦਾ ਲਿਹਾਜ਼ ਨਹੀਂ ਹੋਇਆ ਕਿ ਸਾਡੀ ਕੌਮ ਦੇ ਇੰਨੇ ਵੱਡੀ ਲਾਸਾਨੀ ਸ਼ਹੀਦ ਹੋਏ ਨੇ, ਉਹਨਾਂ ਦੀ ਧਰਮ ਪਤਨੀ ਚੋਣ ਲੜ ਰਹੀ ਹੈ, ਤੇ ਮੇਰੇ ਵਰਗਾ ਬੰਦਾ ਹੁੰਦਾ ਤੇ ਸ਼ਰਮ ਦੇ ਮਾਰੇ ਉਹਨਾਂ ਦੇ ਪੈਰੀ ਹੱਥ ਲਾਉਂਦਾ ਤੇ ਕਹਿੰਦਾ ਮੈਂ ਤੁਹਾਡੇ ਨਾਲ ਖੜੀ ਹਾਂ ਬੀਬੀ ਜੀ। ਉਹਨਾਂ ਦੇ ਖਿਲਾਫ ਚੋਣ ਲੜ ਕੇ ਉਹ ਜਿਹੜੇ ਪ੍ਰਧਾਨ ਬਣੇ ਹੈਗੇ ਆ, ਉਹਨਾਂ ਤੇ ਆਪਾਂ ਕੀ ਉਮੀਦ ਕਰ ਸਕਦੇ ਹਾਂ ਕਿ ਉਹ ਜਸਵੰਤ ਸਿੰਘ ਖਾਲੜਾ ਦੀ ਗੱਲ ਅੱਗੇ ਤੋਰਨਗੇ? ਇੱਕ ਕੁਐਸਚਨ ਤੁਹਾਡੇ ਤੇ ਵੀ ਉੱਠਦਾ ਹੈਗਾ ਵੀ ਜੇ ਇਹ ਕਿਤਾਬ ਏਡੀ ਬਹੁਤ ਚੰਗੇ, ਮੈਂ ਆਪ ਪੜ੍ਹੀ ਹੈ, ਬਹੁਤ ਵਧੀਆ, ਮੈਂ ਆਪ ਰਿਕਮੈਂਡ ਕਰੂੰਗਾ ਵੀ ਇਹ ਜ਼ਰੂਰ ਪੜ੍ਹਨੀ ਚਾਹੀਦੀ ਹੈ, ਖਾਸ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਉਣੀ ਚਾਹੀਦੀ ਹੈ। ਪਰ ਇੱਕ ਗੱਲ ਮੈਨੂੰ ਖੜਕਦੀ ਹੈ ਇਹਦੇ ਵਿੱਚੋਂ, ਜਦੋਂ ਮੈਂ ਇਸ ਦਾ ਰੇਟ ਦੇਖਦਾ ਹੈਗਾ, ਬਾਹਰ ਲਿਖਿਆ ਹੋਇਆ ਹੈ ਅਮਰੀਕਨ ਡਾਲਰ $29.99, ਯਾਨੀ ਕਿ $30, ਜੋ ਕਿ ਪੰਜਾਬ ਦੇ ਵਾਸਤੇ ਜਿਹੜੇ ਇੰਡੀਆ ਵਿੱਚ ਨੇ ਉਹਨਾਂ ਨੂੰ ਲੱਗਦਾ ਨਹੀਂ ਇਹ ਬਹੁਤ ਮਹਿੰਗਾ ਰੱਖਿਆ ਗਿਆ ਰੇਟ? ਜੀ, ਇਹਦਾ ਰੀਟੇਲ ਪ੍ਰਾਈਸ $30 ਹੈ, ਬਿਲਕੁਲ ਠੀਕ ਹੈ, ਪਰ ਤੁਸੀਂ ਸਪੈਸ਼ਲ ਤੇ ਆਪਣੀ ਸਾਡੀ ਵੈਬਸਾਈਟ ਤੇ $45 ਦਾ ਸੈੱਟ ਲੈ ਸਕਦੇ ਹੋ। ਤੇ ਅਮਰੀਕਾ ਔਰ ਕੈਨੇਡਾ ਦੀ ਔਰ ਆਸਟ੍ਰੇਲੀਆ ਦੀ ਪ੍ਰਾਈਸ ਹੈ, ਪਰ ਪੰਜਾਬ ਵਿੱਚ ਵੀਰ ਜੀ ਅਸੀਂ $500 ਦੀ ਇਹ ਕਿਤਾਬ ਛਪਾਈ ਹੈ, ਔਰ ਇਹੀ ਕੁਆਲਿਟੀ ਵਿੱਚ ਪੰਜਾਬ ਵਿੱਚ ਛਪਾਈ ਹੈ। ਔਰ ਜਦ ਤੁਸੀਂ ਉਹਨੂੰ ਤੁਸੀਂ 1 ਜਾਂ 2 ਡੱਬੇ ਖਰੀਦਦੇ ਹੋ
ਤੇ ਅਸੀਂ 50% ਆਫ ਤੇ ਦਿੰਨੇ ਆ ਤੁਹਾਨੂੰ। ਸੋ 250 ਰੁਪਏ ਦੀ ਤੁਹਾਨੂੰ ਕਿਤਾਬ ਅਸੀਂ ਚਾਹੁੰਦੇ ਹਾਂ ਕਿ ਬਹੁਤ ਲੋਕੀ ਕਿਤਾਬਾਂ ਖਰੀਦਣ ਤੇ ਅੱਗੇ ਤੋਰਨ, ਤੇ ਇਹ ਬਹੁਤ ਵਾਜਿਬ ਕੀਮਤ ਤੇ ਰੱਖੀ ਹੈ। ਇਹਦੇ ਵਿੱਚ ਸਿਰਫ ਅਸੀਂ ਜਿਹੜਾ ਜਿਵੇਂ ਕਿ ਮੈਂ ਦੱਸਿਆ ਕਿ ਅਸੀਂ ਇੰਨਾ ਇਨਵੈਸਟ ਕੀਤਾ, ਜਿਵੇਂ ਕਿ ਸਿਰਫ ਇਲਸਟ੍ਰੇਸ਼ਨਸ ਵਿੱਚ ਅਸੀਂ ਥਾਊਜ਼ੈਂਡਸ ਆਫ ਡਾਲਰਸ ਇਨਵੈਸਟ ਕੀਤੇ, ਤੇ ਨਾਲ ਤੁਸੀਂ ਆਪੇ ਦੱਸਿਆ ਕਿ ਉਹਦੀ ਕੁਆਲਿਟੀ, ਉਹਦੇ ਗੱਤੇ ਦੀ, ਉਹਦੇ ਕਾਗਜ਼ ਔਰ ਸਾਰਾ ਕੁਛ ਬਹੁਤ ਸੋਹਣਾ ਔਰ ਉੱਚੇ ਪੱਧਰ ਦਾ ਰੱਖਿਆ ਹੈ। ਤੇ ਅਸੀਂ ਚਾਹੁੰਦੇ ਹਾਂ ਕਿ ਇਹ ਕਿਤਾਬ ਜਿਹੜੀ ਹੈ ਉਹ ਹਮੇਸ਼ਾ ਵਾਸਤੇ ਸਾਂਭ ਕੇ ਰੱਖੀ ਜਾਣ ਵਾਲੀ ਕਿਤਾਬ ਹੋਵੇ, ਤੇ ਇਸ ਕਰਕੇ ਇਹਦੇ ਵਿੱਚ ਲਾਗਤ ਬਹੁਤ ਜ਼ਿਆਦਾ ਆਈ ਹੈ। ਪਰ ਅਸੀਂ ਜਿਹੜੀ ਵੈਸਟ ਵਿੱਚ ਜਿਹੜਾ ਅਸੀਂ ਕਿਤਾਬਾਂ ਵੇਚਦੇ ਹਾਂ, ਉਹਦੇ ਪੈਸੇ ਸਾਰੇ ਇੱਕ ਨੋਨ ਪ੍ਰੋਫਿਟ ਵਿੱਚ ਜਾਂਦੇ ਨੇ। people.org ਸਾਡਾ ਨੋਨ ਪ੍ਰੋਫਿਟ, ਰਜਿਸਟਰਡ ਨੋਨ ਪ੍ਰੋਫਿਟ ਹੈ, ਔਰ ਉਹਦੇ ਨਾਲ ਪੰਜਾਬ ਵਿੱਚ ਕਿਤਾਬਾਂ ਅਸੀਂ ਹੁਣੇ ਬਾਰਡਰ ਤੇ, ਟਿਕਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਅਸੀਂ ਕਰੀਬ 400 ਤੋਂ 500 ਕਿਤਾਬਾਂ ਵੰਡੀਆਂ ਨੇ ਉੱਥੇ। ਤੇ ਅਸੀਂ ਕਾਫੀ ਸਕੂਲਾਂ ਵਿੱਚ ਤੇ ਅਸੀਂ ਇਸ ਤਰ੍ਹਾਂ ਹੀ ਕਿਤਾਬਾਂ ਦਿੰਦੇ ਹਾਂ, ਜਿਵੇਂ ਕਿ ਬਗੈਰ ਮੁੱਲ ਦੇ ਦਿੰਦੇ ਹਾਂ। ਜਿਹੜੇ ਵੀ ਨਹੀਂ ਅਫੋਰਡ ਕਰ ਸਕਦੇ ਉਹਨਾਂ ਨੂੰ ਬਗੈਰ ਮੁੱਲ ਦੇ ਦਿੰਦੇ ਹਾਂ। ਸੋ ਸਾਡਾ ਕੰਮ ਹੈ ਕਿ ਅਸੀਂ ਇਹਦਾ ਮਤਲਬ ਇਹ ਹੈ ਵੀ ਤੁਸੀਂ ਇਹ ਕਿਤਾਬ ਬੇਸ਼ੱਕ ਜੇ ਅਮਰੀਕਾ, ਕੈਨੇਡਾ ਥੋੜਾ ਜਿਹਾ ਰੇਟ ਇਸਦਾ ਜੀ ਜ਼ਿਆਦਾ ਲੱਗਦਾ, ਤਾਂ ਇਸ ਦਾ ਮੇਨ ਪ੍ਰਯੋਜਨ ਇਹ ਹੈ ਕਿ ਪੰਜਾਬ ਦੇ ਵਿੱਚ ਜਿੱਥੇ ਇਹਨੂੰ ਕੋਈ ਨਹੀਂ ਲੈ ਸਕਦਾ, ਉਹਨਾਂ ਨੂੰ ਸਸਤੇ ਰੇਟ ਦੇ ਉੱਤੇ ਦਿੱਤਾ ਜਾਵੇ। ਜੀ ਬਿਲਕੁਲ ਬਿਲਕੁਲ। ਅੰਤ ਦੇ ਵਿੱਚ ਜੇ ਤੁਸੀਂ ਇਸ ਬੁੱਕ ਦੀ, ਇਸ ਕਿਤਾਬ ਦੇ ਸੰਬੰਧ ਕੋਈ ਖਾਸ ਮੈਸੇਜ ਦੇਣਾ ਚਾਹੋ ਪੰਜਾਬੀ ਲੋਕ ਚੈਨਲ ਦੇ ਦਰਸ਼ਕਾਂ ਨੂੰ। ਜੀ ਮੈਂ ਇਸ ਕਿਤਾਬ ਨੂੰ ਇਸ ਕਰਕੇ ਲਿਖਿਆ ਕਿ ਸਾਡੇ ਬੱਚੇ ਜਿਹੜੇ ਹਨ ਉਹ ਦੂਸਰੇ ਜਿਹੜੇ ਨਾਇਕ ਹੈਗੇ ਆ, ਫॉर ਐਗਜ਼ਾਮਪਲ ਵੈਸਟ ਵਿੱਚ ਡਾਕਟਰ ਮਾਰਟਨ ਲੂਥਰ ਕਿੰਗ ਦਾ ਨਾਂ ਸਾਡੇ ਹਰ ਬੱਚੇ ਦੇ ਮੁਖ ਤੇ ਹੈ, ਜ਼ਬਾਨ ਤੇ ਹੈ। ਉਹਨਾਂ ਨੂੰ ਜਿਹੜੇ ਮਨੁੱਖੀ ਹੱਕਾਂ ਵਾਸਤੇ ਖੜੇ ਹੋਏ, ਉਹਨਾਂ ਦੇ ਰਾਖੇ, ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਆ, ਸਟੱਡੀ ਕਰਦੇ ਆ। ਤੇ ਅਸੀਂ ਆਪਣੇ ਨਾਇਕਾਂ ਨੂੰ ਕਿਉਂ ਨਾ ਉਹਨਾਂ ਦੇ ਨਾਲ ਉਹਨਾਂ ਦਾ ਤਾਰੁਫ ਕਰਾਈਏ ਉਹਨਾਂ ਨੂੰ, ਤੇ ਉਹ ਸਾਡੇ ਨਾਇਕਾਂ ਤੋਂ ਕਿਉਂ ਨਾ ਪ੍ਰੇਰਨਾ ਲੈਣ। ਤੇ ਦੂਜੀ ਗੱਲ ਹੈ ਕਿ ਇਸ ਕਿਤਾਬ ਵਿੱਚ ਤੁਸੀਂ ਨੋਟਿਸ ਕੀਤਾ ਹੋਏਗਾ ਕਿ ਬੀਬੀਆਂ ਦਾ ਯੋਗਦਾਨ, ਜਿਵੇਂ ਕਿ ਬੀਬੀ ਖਾਲੜਾ, ਉਹਨਾਂ ਦੇ ਉੱਪਰ ਪੂਰਾ ਇੱਕ ਚੈਪਟਰ ਹੈ। ਤੇ ਜਿਹੜੇ ਬੀਬੀਆਂ ਦੇ ਉੱਪਰ ਤਸ਼ੱਦਦ ਹੋਏ, ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ, ਉਹਨਾਂ ਨੂੰ ਵੀ ਆਇਡੈਂਟੀਫਾਈ ਕੀਤਾ ਹੈ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਬੱਚੀਆਂ ਵੀ ਉਸ ਸੰਘਰਸ਼ ਦੇ ਨਾਲ ਆਇਡੈਂਟੀਫਾਈ ਕਰਨ ਆਪਣੇ ਆਪ ਨੂੰ। ਕਿਉਂਕਿ ਜਿਹਦਾ ਅੱਜ ਤੱਕ ਜਿਹੜੇ ਸਾਡੇ ਸਾਰੇ ਨੈਰੇਟਿਵਸ ਲਿਖੇ ਗਏ ਨੇ ਉਹ ਪੁਰਖ ਪ੍ਰਧਾਨ, ਪੁਰਸ਼ ਪ੍ਰਧਾਨ ਹੁੰਦੇ ਆ। ਤੇ ਇਹ ਜਿਹੜਾ ਨੈਰੇਟਿਵ ਹੈ ਇਹਦੇ ਵਿੱਚ ਬੀਬੀਆਂ ਦਾ ਯੋਗਦਾਨ ਵੀ ਬਹੁਤ ਸੁਚੱਜੇ ਤਰੀਕੇ ਦੇ ਨਾਲ ਦੱਸਿਆ ਗਿਆ। ਸੋ ਮੈਂ ਚਾਹੁੰਦੀ ਹਾਂ ਕਿ ਸਾਡੀ ਨੌਜਵਾਨੀ ਹੈ, ਜਿਹੜੀ ਸਾਡੀ ਯੂਥ ਹੈ, ਉਹ ਆਇਡੈਂਟੀਫਾਈ ਕਰਨ। ਤੇ ਦੂਜਾ ਹੈ ਇਸ ਗੱਲ ਵਿੱਚ, ਜਿਵੇਂ ਮੈਂ ਗੱਲ ਕੀਤੀ ਹੈ ਕਿ ਮਨੁੱਖੀ ਅਧਿਕਾਰਾਂ ਦੇ ਰਾਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਗੱਲ ਹੈ, ਇਹ ਸਾਰਿਆਂ ਨੂੰ ਜੋੜਦੀ ਹੈ। ਇਹ ਨਾ ਤੇ ਖਾਲਿਸਤਾਨੀ ਪ੍ਰੋਪੋਗੈਂਡਾ ਹੈ, ਨਾ ਇਹ ਇੰਡੀਅਨ ਸਟੇਟ ਦੀ ਗੱਲ ਕਰਦਾ ਹੈ। ਇਹ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਹੈ, ਉਹਨਾਂ ਦੇ ਉੱਪਰ ਕੀ ਬੀਤੀ ਹੈ ਉਹਦੀ ਗੱਲ ਕਰਦਾ ਹੈ। ਸੋ ਮੈਂ ਚਾਹੁੰਦੀ ਹਾਂ ਕਿ ਸਾਡੇ ਬੱਚੇ, ਹਰ ਇੱਕ ਬੱਚਾ ਇਸ ਕਿਤਾਬ ਨੂੰ ਪੜ੍ਹੇ ਤੇ ਅੱਗੇ ਅੱਜ ਕੱਲ੍ਹ ਮਨੁੱਖੀ ਅਧਿਕਾਰਾਂ ਦਾ, ਹੱਕਾਂ ਦਾ ਘਾਣ ਕਿੱਥੇ ਨਹੀਂ ਹੋ ਰਿਹਾ, ਵੈਸਟ ਵਿੱਚ ਵੀ ਹੋ ਰਿਹਾ ਹੈ, ਪੰਜਾਬ ਵਿੱਚ ਵੀ ਹੋ ਰਿਹਾ। ਤੇ ਮੈਂ ਚਾਹੁੰਦੀ ਹਾਂ ਕਿ ਸਾਡੇ ਬੱਚੇ ਇਸ ਤੋਂ ਪ੍ਰੇਰਣਾ ਲੈ ਕੇ ਮਨੁੱਖੀ ਹੱਕਾਂ ਵਾਸਤੇ ਖੜੇ ਹੋਣ ਤੇ ਆਪਣੀ ਜੀਵਨ, ਉਹਨਾਂ ਤੋਂ ਜੀਵਨ ਜਾਂਚ ਲੈਣ, ਸ਼ਹੀਦ ਜਸਵੰਤ ਸਿੰਘ ਖਾਲੜਾ ਤੋਂ ਜੀਵਨ ਜਾਂਚ ਲੈਣ। ਤੁਹਾਡਾ ਬਹੁਤ ਧੰਨਵਾਦ ਜੀ, ਤੁਸੀਂ ਆਪਣੇ ਬਿਜੀ ਸਕੈਜੂਲ ਵਿੱਚੋਂ ਸਮਾਂ ਕੱਢ ਕੇ ਸਾਨੂੰ ਦੱਸਿਆ ਇਸ ਕਿਤਾਬ ਦੇ ਬਾਰੇ। ਇਹ ਅਸੀਂ ਉਚੇਚੇ ਤੌਰ ਤੇ ਪੰਜਾਬੀ ਲੋਕ ਚੈਨਲ ਵੱਲੋਂ ਵੀ ਅਪੀਲ ਕਰਦੇ ਹਾਂ ਕਿ ਵਾਕਿਆ ਇਹ ਬਹੁਤ ਅੱਛੀ ਕਿਤਾਬ ਹੈ, ਤੇ ਹਰ ਘਰ ਦੇ ਵਿੱਚ, ਹਰ ਘਰ ਦਾ ਇਹ ਜਿਹੜੀ ਸ਼ਿੰਗਾਰ ਹੋਣੀ ਚਾਹੀਦੀ ਹੈ। ਤੁਹਾਡਾ ਬਹੁਤ ਧੰਨਵਾਦ ਜੀ ਪੰਜਾਬੀ ਲੋਕ ਚੈਨਲ ਨਾਲ ਗੱਲ ਕਰ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।